ਕਹਿੰਦੇ ਟੌਰ ਅੱਲੜਾ ਦੀ ਯਾਰੋ ਵਧਾਏ ਕੋਕਾ, ਖੜੇ ਮੁੱਛ ਜਦੋਂ ਡਾਂਟ ਤੇ ਮੁੰਡਾ ਲਾਏ ਕੋਕਾ, ਸ਼ਾਨ ਬਣਦੇ ਅਖਾੜਿਆਂ ਦੀ ਗੁਰਨਾਮ ਹਿੱਕ ਦੇ ਜ਼ੋਰ ਨਾਲ ਗੱਲ ਗਾਏ ਕੋਕਾ। ਮੁੱਕਦੀ ਗੱਲ ਇਹ ਆ ਯਾਰੋ ਕਿ ਨੀਰੂ ਸੀ ਕੋਕਾ, ਨੀਰੂ ਹੈ ਕੋਕਾ ਤੇ ਨੀਰੂ ਰਹੂ ਕੋਕਾ। ਸੋ ਗੱਲ ਕਰੀਏ ਕਿ ਸਾਨੂੰ ਬਹੁਤ ਐਕਸਾਈਟਮੈਂਟ ਆ ਫਿਲਮ ਦੀ ਕੋਕਾ ਜੀ, ਕਿ ਜਦੋਂ ਟ੍ਰੇਲਰ ਰਿਲੀਜ਼ ਹੋਇਆ ਤਾਂ ਇੱਕ ਲੱਗਦਾ ਸੀ ਕਿ ਬਹੁਤ ਵੱਖਰਾ ਜਿਹਾ ਇੱਕ ਵੱਖਰੀ ਦੀ ਪ੍ਰੇਮ ਕਹਾਣੀ ਸਾਨੂੰ ਸਕਰੀਨ ਤੇ ਵੇਖਣ ਨੂੰ ਮਿਲੂਗੀ। ਸੋ ਬਹੁਤ ਸਵਾਗਤ ਕਰਾਂਗੇ ਇਹਨਾਂ ਦਾ। ਸੋ ਸਾਡੇ ਨਾਲ ਸਟੇਜ ਤੇ ਮੌਜੂਦ ਨੇ ਗੁਰਨਾਮ ਭੁੱਲਰ ਜੀ, ਨੀਰੂ ਬਾਜਵਾ ਜੀ, ਸੰਤੋਸ਼ ਕੁਮਾਰ ਜੀ ਤੇ ਵਿਸ਼ਾਲ ਜੋਹਲ ਜੀ। ਸੋ ਮਨੀਸ਼ ਜੀ। ਸੋ ਰਿਕੁਐਸਟ ਹੈ ਕਿ ਪਹਿਲਾਂ ਆਪਾਂ ਟ੍ਰੇਲਰ ਵੇਖ ਲਈਏ ਤੇ ਫਿਰ ਗੱਲਬਾਤ ਕਰਾਂਗੇ। ਸੋ ਪਲੀਜ਼ ਭਾਜੀ ਟ੍ਰੇਲਰ ਚਲਾ ਦਿਓ ਤੇ ਲਾਈਟਾਂ ਥੋੜੀਆਂ ਜਿਹੀਆਂ ਡਿਮ ਕਰ ਦਿਓ। ਸ਼ੁਰੂਆਤ ਆਪਾਂ ਨਾ ਤੁਹਾਡੇ ਤੋਂ ਹੀ ਕਰ ਲੈਂਦੇ ਆ। ਸੱਚੀ ਸੋਹਣਾ ਤੁਸੀਂ, ਤੁਹਾਨੂੰ ਪਤਾ ਨਹੀਂ ਕਿਉਂ ਡਾਊਟ ਹੋ ਗਿਆ ਕਿ 40 ਸਾਲਾਂ ਨੂੰ ਵੀ ਤੁਹਾਨੂੰ ਕੋਈ ਮਿਲਣਾ ਨਹੀਂ। ਸੋ ਮੈਨੂੰ ਲੱਗਦਾ ਜੇ ਟਰਾਈ ਕਰ ਲੈਂਦਾ ਕੋਈ 40 ਸਾਲਾਂ ਤੱਕ ਮਿਲ ਹੀ ਜਾਣਾ ਸੀਗਾ। ਅੱਛੀ ਜੀ ਟਰਾਈ ਕਰਕੇ ਤਾਂ ਮਿਲ ਹੀ ਜਾਣਾ ਸੀ। ਇਹ ਬਸ ਨਹੀਂ ਕਰਨਾ ਸੀ। ਵੈਲ ਉਹ ਤਾਂ ਸਾਨੂੰ 20 ਨੂੰ ਦੇਖੋਗੇ ਕਿ ਮਿਲਿਆ ਜਾਂ ਨਹੀਂ। ਬਟ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਆਏ। ਹੈਲੋ ਸਾਰਿਆਂ ਨੂੰ, ਲਵ ਯੂ ਸੋ ਮਚ ਐਂਡ I'm going to pass the mic. ਬਾਕੀ ਜੋ ਤੁਹਾਡੇ ਕੋਲ ਕੁਐਸਚਨਸ ਹੋਗੇ I'd love to answer those. Thank you so much. ਸੋ ਗੁਰਨਾਮ ਵੀਰੇ ਕਿਵੇਂ ਦੀ ਚੱਲ ਰਹੀ ਹੈ ਪ੍ਰੋਮੋਸ਼ਨ, ਕਿਵੇਂ ਦਾ ਤੁਹਾਨੂੰ ਫੀਲ ਹੋ ਰਿਹਾ ਕੋਕਾ ਨੂੰ ਲੈ ਕੇ? ਬਹੁਤ ਵਧੀਆ ਫੀਲ ਹੋ ਰਿਹਾ ਜੀ, ਕੋਕਾ ਫੀਲ ਹੋ ਰਿਹਾ। ਇੱਕ ਬਹੁਤ ਮਸ਼ਹੂਰ ਕੋਟ ਹੈ ਪੰਜਾਬੀ ਦਾ ਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਸੋ ਅਸੀਂ ਤਾਂ ਆਪਦਾ ਜੋ ਤਿਲ ਫੁੱਲ ਜਿੰਨਾ ਕੋਸ਼ਿਸ਼ ਕਰ ਸਕਦੇ ਅਸੀਂ ਆਪਦਾ ਬੈਸਟ ਦਿੱਤਾ। ਸੋ ਹੁਣ ਕੱਲ੍ਹ ਦਾ ਦਿਨ ਫਿਲਮ ਸਾਡੀ ਹੈ, ਉਸ ਤੋਂ ਬਾਅਦ ਦਰਸ਼ਕਾਂ ਦੀ ਹੈ। ਸੋ ਆਡੀਅנס ਕਿਸ ਤਰ੍ਹਾਂ ਪਿਆਰ ਦਿੰਦੀ ਹੈ, ਆਡੀਅנס ਤੇ ਅਸੀਂ ਬਹੁਤ ਪੋਜ਼ਿਟਿਵ ਹਾਂ। ਅਸੀਂ ਬਹੁਤ ਪੋਜ਼ਿਟਿਵ ਤਰੀਕੇ ਨਾਲ ਇਹਦੀ ਪ੍ਰਮੋਸ਼ਨ ਕੀਤੀ ਹੈ। ਸਾਡੇ ਲਈ ਇਹ ਫਿਲਮ ਉਦੋਂ ਹੀ ਹਿੱਟ ਸੀ ਜਦੋਂ ਅਸੀਂ ਸ਼ੁਰੂ ਕੀਤੀ ਸੀ। ਸੋ ਬਾਕੀ ਵਾਹਿਗੁਰੂ ਭਲੀ ਕਰੇ, ਪਰਸੋਂ ਕੀ ਹੁੰਦਾ ਦੇਖਦੇ ਹਾਂ। ਸੱਚੀ ਗੱਲ ਦੱਸਣਾ ਕਿ ਕੋਕਾ ਦੀ ਪ੍ਰਮੋਸ਼ਨ ਦੀ ਧੱਕ ਪਾਈ ਪਈ ਹੈ। ਇਦਾਂ ਲਾਜ਼ਮ ਮੈਂ ਨਾ ਬਾਹਰ ਖੜਕਾ ਕੇ ਕਹਿ ਰਹੇ ਨੇ ਭਾਈ ਉੱਠੋ ਫਿਲਮ ਦੇਖੋਗੇ ਕਿ ਪ੍ਰਮੋਸ਼ਨ ਬੜੀ ਜ਼ਬਰਦਸਤ ਕਰ ਰਹੇ ਹੋ। ਜਿਮ ਦੇ ਵਿੱਚ ਹੁੰਦੇ ਉੱਥੇ ਵੀ ਪ੍ਰਮੋਸ਼ਨ, ਕਿਤੇ ਵੀ ਹੁੰਦੇ ਸੋ ਨਾਲ ਦੀ ਨਾਲ ਪ੍ਰਮੋਸ਼ਨ ਸਟਾਰਟ ਹੁੰਦੀ ਹੈ ਤੁਹਾਡੀ। ਸੋ ਮੇਰਾ ਤਾਂ ਬਾਥਰੂਮ ਵਿੱਚ ਵੀ ਹੋ ਰਿਹਾ ਸੀ। ਸੋ ਅੱਜ ਨਾ ਸਾਨੂੰ ਹੋਰ ਗੱਲ ਪਤਾ ਲੱਗੀ ਕਿ ਸੋਹਣੀਆਂ ਕੁੜੀਆਂ ਨੂੰ ਤਿਆਰ ਹੋਣ 'ਚ ਟਾਈਮ ਕਿਉਂ ਲੱਗਦਾ। ਤੁਸੀਂ ਤਿਆਰ ਹੋਏ ਸੀ ਉਹ ਵੀ ਤੁਸੀਂ ਨਾਲ ਦੀ ਨਾਲ ਲਾਈਵ ਸੀਗੇ ਨਾ। ਦੇਖੋ ਹਾਂ ਕਿੰਨਾ ਟਾਈਮ ਲਾਇਆ, 10 ਮਿੰਟ ਲਾਇਆ। ਹਾਂ ਸੱਚੀ ਗੱਲ ਆ ਨਾ। ਸੀ ਸਾਨੂੰ ਸੋ ਭਾਜੀ ਸਵਾਲ ਤੁਹਾਨੂੰ, ਤੁਸੀਂ ਡਾਇਰੈਕਟ ਕੀਤਾ ਫਿਲਮ ਨੂੰ, ਕਿੰਨਾ ਔਖਾ ਸੀ? ਸਾਡੇ ਡਾਇਰੈਕਟਰ ਸਾਹਿਬ ਬਹੁਤ ਸ਼ਾਈ ਨੇ ਪਰ ਅੱਜ ਕੁਝ ਤਾਂ ਬੋਲ ਦੋ। ਸਤਿ ਸ਼੍ਰੀ ਅਕਾਲ ਬੋਲ ਦੋ। ਸਤਿ ਸ੍ਰੀ ਅਕਾਲ ਜੀ। ਸੋ ਭਾਜੀ ਮਤਲਬ ਤੁਸੀਂ ਬਿਲਕੁਲ ਬਹੁਤ ਘੱਟ ਬੋਲਦੇ ਹੋ ਨਾ। ਸੋ ਫਿਰ ਕਿੱਦਾਂ ਫਿਲਮ ਤੇ ਕਿੱਦਾਂ ਹੁੰਦਾ ਸੀ ਕਿ ਅਸੀਂ ਸੁਣਿਆ ਸੀ ਜੋ ਡਾਇਰੈਕਟਰ ਹੁੰਦੇ ਆ ਨਾ ਬੜੇ ਸਖਤ ਜਿਹੇ ਹੁੰਦੇ ਆ। ਇਹ ਬਹੁਤ ਜ਼ਿਆਦਾ ਹੀ ਸ਼ਾਇਦ ਨੇ ਸੰਤੋਸ਼ ਜੀ, ਪਰ ਸਾਰਿਆਂ ਨੂੰ ਬਹੁਤ ਪਿਆਰ ਕਰਦੇ हैं ਤੇ ਮੈਂ ਅੱਗੇ ਦਿੰਨੀ ਹਾਂ। ਚਲੋ ਵਿਸ਼ਾਲ ਦੇਖੋ ਜੀ, ਸੰਤੋਸ਼ ਜੀ ਬਹੁਤ ਘੱਟ ਬੋਲਦੇ ਨੇ ਪਰ ਇਹ ਨਾ ਸੋਚੋ ਕਿ ਸੈੱਟ ਤੇ ਨਹੀਂ ਬੋਲਦੇ ਸੀ। ਇਹ ਤੁਸੀਂ ਬਿਲਕੁਲ ਤੁਹਾਡਾ ਤਰੀਕਾ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਇੰਡੀਆ 'ਚ ਤੁਹਾਨੂੰ ਲੱਗਦਾ ਕਿ ਫਿਲਮ ਬਹੁਤ ਸੌਖੀ ਬਣੀ ਹੈ। ਦਸੰਬਰ ਜਨਵਰੀ ਉਹ ਮਹੀਨੇ ਹੁੰਦੇ ਜਦੋਂ ਯੂਕੇ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ। ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਪਤਾ ਲੱਗੇ ਕਿ ਸ਼ਾਰਟ ਕਿੱਦਾਂ ਹੋਏ ਹੋਣਗੇ ਵੀ ਅਸੀਂ ਉੱਥੇ ਰਹਿੰਦੇ, ਸਾਨੂੰ ਇਹ ਪਤਾ ਹੈ ਕਿ ਕਿੰਨਾ ਮੁਸ਼ਕਿਲ ਹੁੰਦਾ। ਪਰ ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਸ਼ੂਟ ਕੀਤੀ ਹੈ। ਮੈਂ ਸੱਚੀ ਕਹਾਂਗਾ ਇਹ ਤਾਲੀਆਂ ਇਸ ਚੀਜ਼ ਲਈ ਹੈ ਕਿ ਉਸ ਸੀਜ਼ਨ ਦੇ ਵਿੱਚ ਫਿਲਮ ਸ਼ੂਟ ਕੀਤੀ ਔਰ ਪੂਰੇ ਟਾਈਮ ਤੇ ਕੰਪਲੀਟ ਕੀਤੀ ਹੈ। ਤੇ ਇਹਦੇ ਵਿੱਚ ਸਾਰਿਆਂ ਦਾ ਹੀ ਯੋਗਦਾਨ ਹੈ, ਸਭ ਤੋਂ ਜ਼ਿਆਦਾ ਗੁਰਨਾਮ ਜੀ ਦਾ, ਨੀਰੂ ਜੀ ਦਾ ਤੇ ਸੰਤੋਸ਼ ਜੀ ਦਾ। ਸੋ ਵਿਸ਼ਾਲ ਭਾਜੀ ਕਿਉਂਕਿ ਜ਼ੋਰਦਾਰ ਤਾੜੀਆਂ ਇਹਨਾਂ ਲਈ ਵੀ ਬਣਦੀਆਂ ਨੇ ਕਿਉਂਕਿ ਇਹ ਸਾਡੇ ਸਿਨੇਮਾ ਨੂੰ ਉੱਥੇ ਤੱਕ ਲੈ ਗਏ ਕਿ ਜਿੱਥੇ ਸਿਨੇਮਾ ਨਹੀਂ ਵੀ ਸੀ ਉੱਥੇ ਵੀ ਇਹਨਾਂ ਨੇ ਫਿਲਮ ਲਵਾਤੀ। ਪਹਿਲਾਂ ਸਿਨੇਮਾ ਬਣਾਇਆ ਤੇ ਪੰਜਾਬੀ ਫਿਲਮ ਲਵਾਈ ਤੇ ਇੱਥੇ ਲੱਗਣੀ ਚਾਹੀਦੀ ਹੈ। ਸੋ ਭਾਜੀ ਕੀ ਫੀਲ ਹੋ ਰਿਹਾ ਕੋਕਾ ਦੇ ਲਈ? ਹਾਂਜੀ पहले तो मेरी और मेरी पूरी टीम कोका की टीम वालों सारा का वेलकम, थैंक यू आने ਲਈ। सो जिस तरह ऑलरेडी विशाल जी ने, नीरू जी ने ਮੈਨੂੰ ਲੱਗਦਾ ਕਿ ਫਿਲਮ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਫਿਲਮ 20th ਮਈ ਨੂੰ ਵਰਲਡ ਵਾਈਡ ਲੱਗ ਰਹੀ ਹੈ ਔਰ ਸਾਡੀ ਕੋਸ਼ਿਸ਼ ਅਗੇਨ ਜਿਸ ਤਰ੍ਹਾਂ ਇੰਟਰੋਡਕਸ਼ਨ 'ਚ ਕਿਹਾ ਗਿਆ ਕਿ ਉਸ ਜਗ੍ਹਾ ਤੇ ਵੀ ਫਿਲਮ ਲੈ ਕੇ ਜਾਈਏ ਜਿੱਥੇ ਯੂਜੂਅਲੀ ਪੰਜਾਬੀ ਫਿਲਮਸ ਨਹੀਂ ਜਾਂਦੀਆਂ। ਸੋ ਡੇ ਬਾਈ ਡੇ ਇੰਡਸਟਰੀ ਲਈ ਪੰਜਾਬੀ ਫਿਲਮਾਂ ਨੇ ਉਹ ਆਲਰੇਡੀ ਇੱਕ ਮਕਾਮ ਹਾਸਿਲ ਕਰ ਰਿਹਾ ਕਿ ਜਿੱਥੇ ਸਾਨੂੰ ਇਹ ਲੱਗਦਾ ਯਾਰ ਅਸੀਂ ਬੀਇੰਗ ਪੰਜਾਬੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਯਾਰ ਸਾਡੀਆਂ ਫਿਲਮਾਂ ਵਰਲਡ ਵਾਈਡ ਐਕਸੈਪਟ ਹੋ ਰਹੀਆਂ ਨੇ। ਕੋਕਾ ਮੈਨੂੰ ਲੱਗਦਾ ਉਸੇ ਜਰਨੀ ਨੂੰ ਅੱਗੇ ਲੈ ਕੇ ਜਾਏਗੀ ਤੇ ਮੇਰੇ ਔਰ ਅਗੇਨ ਮੇਰੀ ਪੂਰੀ ਟੀਮ ਵੱਲੋਂ ਇੱਕ ਰਿਕੁਐਸਟ ਹੈ ਮੀਡੀਆ ਨੂੰ, ਸੋ ਪਲੀਜ਼ ਸਾਡੇ ਇੱਕ ਸਿੰਪਲ ਰਿਕੁਐਸਟ ਆਡੀਅנס ਤੱਕ, ਪਬਲਿਕ ਤੱਕ ਜ਼ਰੂਰ ਪਹੁੰਚਾਓ ਕਿ 20th ਮਈ ਨੂੰ ਫਿਲਮ ਵਰਲਡ ਵਾਈਡ ਲੱਗ ਰਹੀ ਹੈ। ਗੋ ਐਂਡ ਵਾਚ ਵਿਦ ਯੂਰ ਫੈਮਿਲੀ। ਥੈਂਕ ਯੂ ਸੋ ਮਚ। ਸੋ ਕੋਈ ਮੀਡੀਆ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਆਪਣੇ ਸਵਾਲ ਆ ਜਿਹੜੇ ਪੁੱਛ ਸਕਦੇ। ਮੈਂ ਇੱਕ ਭਾਜੀ ਇੱਧਰ ਦੇਖੋ।
ਕੋਈ ਕਿਸੇ ਦਾ ਇੱਕ ਸਵਾਲ ਹੈਗਾ ਤਾਂ ਖੜਾ ਕਰ ਦੂੰ ਮੈਂ ਮਾਈਕ ਉੱਥੇ ਤੱਕ ਪਹੁੰਚਾ ਦੂੰਗਾ ਜੀ। ਆ ਜਾਓ ਵੀਰੇ, ਅੱਗੇ ਆ ਜਾਓ, ਅੱਗੇ ਆ ਜਾਓ। ਸੋ ਤਾਂ ਤੱਕ ਲਈ ਵੀਰੇ ਗੁਰਨਾਮ ਨਾਲ ਇੱਕ ਗੀਤ ਰਿਲੀਜ਼ ਹੋਇਆ ਹੋਲਾ, ਉਹ ਕੀ ਸ਼ਬਦ ਦਾ ਮੀਨਿੰਗ ਕੀ ਹੈ? ਹਾਂ ਹੌਲਾ ਮਤਲਬ ਹੌਲਾ ਇਹ ਲਿੰਗੋ ਹੁੰਦਾ, ਮਤਲਬ ਜਿਵੇਂ ਲਾਸ ਐਂਜਲਸ ਵਗੈਰਾ, ਲਾਸ ਐਂਜਲਸ ਬ੍ਰੌਂਕਸ ਗੈਂਗਸਟਰ ਟਾਈਪ, ਉਹ ਜਿਹੜਾ ਇੱਕ ਹੌਲਾ ਲਾਈਕ ਕਿਵੇਂ ਕਿੱਦਾਂ ਹੌਲਾ, ਇਹ ਹੌਲਾ ਮਤਲਬ ਹੈਲੋ ਬਟ ਹੌਲਾ ਇਹ ਚਲੋ ਸਾਨੂੰ ਇੱਕ ਨਵਾਂ ਸ਼ਬਦ ਸਮਝ ਮਿਲਿਆ। ਸੋ ਸਵਾਲ ਹੈ ਕਿਸੇ ਦਾ ਤਾਂ ਪਲੀਜ਼ ਜ਼ਰੂਰ ਪੁੱਛ ਸਕਦੇ ਹੋ ਜੀ, ਤੁਸੀਂ ਸਟਾਰਟ ਕਰ ਸਕਦੇ But ਹੋ। one on one if nobody has question. Hi, sweetie. Hi. First of all, you are looking so pretty and so are you Gurnaam. मतलब आप तो बहुत ही ज़्यादा handsome गबरू जवान लग ही रहे हैं मूवी में. And as we are saying, नीरू बाजवा entertainment ये मूवी है. Before I ask my question, मैं अपनी intro दे देती हूँ. Hi everyone, I am RJ Nikki from 94.3 My FM. So नीरू, मेरा ये सवाल आपसे है कि नीरू बाजवा एंटरटेनमेंट मूवी है और जब आप एज एन एक्टर किसी मूवी के साथ जुड़ती हैं और एज अ प्रोड्यूसर किसी मूवी के साथ जुड़ रही हैं तो क्या डिफरेंस आता है? Well, as a producer, मेरे creative input कुछ ज़्यादा नहीं, and as an actor जब मैंने कोई hire करता है तब फिर I take a back seat पे जो भी director producers ठीक समझते हैं मैं वही करती हूँ, मैं ज़्यादा दखलअंदाजी नहीं करती। एंड कौन सी ऐसी चीज़ें होती हैं जिनके ऊपर ज़्यादा फोकस होता है? मेरा देखो संतोष जी ने कदे मैंने कोई दूसरे वाले स्ट्रेस नहीं दिते, मैं सिर्फ क्रिएटिव एस्पेक्ट विच इन्वॉल्व होनी है, म्यूजिक द लुक स्पेशली कोका ਲਈ इट्स आई वांट मतलब मैंने आसी कि कोई नकली ना लगे, जैसे यू नो यूके जान जो भी कैरेक्टर्स हैं गुरनाम जी शुड लुक लाइक हिज कैरेक्टर, मतलब कोई भी कैरेक्टर नकली ना लगे। एंड देन ऑब्वियसली आवर डायलॉग्स आवर राइटर रुपिंदर इंद्रजीत हैज रिटन द फिल्म एंड ਉਹਦੇ ਵਿੱਚ ਵੀ ਤੁਹਾਨੂੰ कुछ भी नहीं लगेगा कि कोई नकली कैरेक्टर लग रहा है फिल्म। सो या सो जो ओरिजिनलिटी है वो मेंटेन करना मेन काम रहता है। एंड बहुत ज़्यादा खूबसूरत लग रहे हैं आप ऑन स्क्रीन भी एंड ऑल द वेरी बेस्ट आपकी मूवी के लिए भी एंड फॉर योर फ्यूचर एंड्योर्स। एंड इन्होंने इतना कमाल का काम किया है, एक बारी जोरदार तालियां हो जाए। एंड थैंक यू सो मच। थैंक यू। हाँ जी मैं ਗੁਰਨਾਮ ਭਾਜੀ ਕੋਕਾ ਮੂਵੀ ਦਾ ਟ੍ਰੇਲਰ ਦੇਖਣ ਤੋਂ ਬਾਅਦ ਘਰ ਦੇ ਕਹਿ ਤਾਂ ਨਹੀਂ ਰਹੇ ਵੀ ਰੀਅਲ ਲਾਈਫ ਨੇ ਵੀ ਕੋਈ ਕੋਕਾ ਕੁੜੀ ਲੱਭ ਲਓ? हाँ जी बिल्कुल कह रहे हैं जी। ਭਾਜੀ ਨੇ ਛੋਟਾ ਜਿਹਾ ਆਨਸਰ ਦਿੱਤਾ। नहीं मैं मेरे ख्याल आंसर नहीं श्योर मैं डिटेल च की दसा थानू, पर हाँ ऑफ कोर्स वो कह रहे हैं कि कोका तू ही हुण लभ ला। मैं कह जी कोका हिट हो जाए फिर मैं भी लभ लूं। ਕੋਕਾ ਤਾਂ ਆਲਰੇਡੀ ਹਿੱਟ ਆ ਭਾਜੀ, ਪ੍ਰਮੋਸ਼ਨ ਤੋਂ ਪਤਾ ਲੱਗਿਆ। थैंक यू भाजी, थैंक यू सो मच। ਨੀਰੂ ਜੀ ਮੈਂ ਇਹ ਪੁੱਛਣਾ ਚਾਹੁੰਦੀ ਮੇਰੇ ਸਿੱਧਾ ਸਵਾਲ ਹੈ ਵੀ ਜਿਹੜਾ ਕੋਕਾ ਟਾਈਟਲ ਹੈ ਇਹ ਤੁਹਾਨੂੰ ਦੇਖ ਕੇ ਲੱਗਾ ਕਿ ਪਹਿਲਾਂ ਤੋਂ ਹੀ ਸੱਚ ਸੀਗਾ ਵੀ ਕੋਕਾ ਹੀ ਰੱਖਣਾ ਹੈ? ਇਹਨਾਂ ਸਾਡੇ ਡਾਇਰੈਕਟ ਆਪਣੀ ਪੰਜਾਬੀਆਂ ਦੀ ਕੋਈ ਖਾਵ ਹੈ ਕੋਕਾ ਨਹੀਂ ਕੋਕਾ। हाँ जी मैंने ਸੋ ਇਹ ਸੰਤੋਸ਼ ਜੀ ਨੇ ਟਾਈਟਲ ਰੱਖਿਆ ਸੀ ਤੇ ਮੈਂ ਐਕਚੁਅਲੀ ਇਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਪੁੱਛਿਆ ਸੀ ਵੀ ਤੁਸੀਂ ਕੋਕਾ ਕਿਉਂ ਰੱਖਿਆ, ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਜਦੋਂ ਇਹਨਾਂ ਦੇ ਮਦਰ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਵਿਆਹ ਲਈ, ਤਾਂ ਇਹਨਾਂ ਨੇ ਕਿਹਾ ਸੀ ਵੀ ਤੇਰੀ क्या सब तो कोका होगी, डोंट वरी फिक्र ना करी मम। सो ये टाइटल इसलिए रखा गया, डायरेक्टर साहब ने रखा। हाँ जी कंसिस्टेंसी मैम, कंसिस्टेंसी मैं बहुत ज़्यादा कंसिस्टेंट हाँ पर्सनैलिटी ਨੂੰ ਲੈ ਕੇ ਕੰਮ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਆਈ ਨਹੀਂ ਕਿ ਮੈਂ 2 ਦਿਨ ਕੁਝ ਕਰਦੀ ਹਾਂ ਫਿਰ ਮੈਂ ਛੱਡ ਦਿੰਦੀ ਹਾਂ। ਹੁਣ ਮੈਨੂੰ मैं जिम शुरू किया जो मैं 15 साल की सी, कोई ना कोई फिटनेस डांस सब कुछ, सो मैं बहुत बैलेंस लाइफ स्टाइल जीनी है तो मेरी कंसिस्टेंसी अज भी हो गई है। थैंक यू। सिंगर भी हो बहुत अच्छे, एक्टर तो बहुत ही अच्छे ते मेरा दिल करता है बहुत बड़ा अवार्ड है, पार्टनरशिप अवार्ड है। मैम थैंक यू। सच्ची दिलों कह रही हूं थैंक यू सो मच। इन्हीं दोनों को आपसे सेट कर रहे हैं। मैं कर दूं सिंगर एक्टर मतलब थोड़ा दिन देखी ना सच्ची थैंक यू जी, बड़ी तारीफ की तुसी। थैंक यू सो मच मैम। एक्चुअली की है जी, मैनू ऐ लगता कि भावें वो गाने ने भावें वो फिल्मां ने तुसी अपने इमोशंस ही प्ले करते हो और मैं परमात्मा वालों परमात्मा का शुक्रगुजार है कि मैं
ਇੱਕ ਚੰਗੀ ਆਵਾਜ਼ ਦੇ ਨਾਲ ਗੋਡ ਗਿਫਟਡ ਹਾਂ, ਸੋ ਮੈਂ ਗਾ ਵੀ ਲੈਂਦਾ। ਐਕਟਿੰਗ ਮੈਂ ਮਤਲਬ ਪਹਿਲੀ ਵਾਰੀ ਸਟੇਜ ਤੇ ਐਕਟਿੰਗ ਕਰਨੀ ਚੜਿਆ ਸੀ 5th ਕਲਾਸ 'ਚ, ਸੋ ਉਸ ਤੋਂ ਬਾਅਦ ਡਾਂਸ, ਸੋ ਬਚਪਨ ਤੋਂ ਹੀ ਮੈਂ ਇਹ ਕਰਦਾ ਆ ਰਿਹਾ ਔਰ ਮੈਨੂੰ ਹੁਣ ਇਹ ਕੰਮ ਨਹੀਂ ਲੱਗਦਾ, ਹੁਣ ਇਹ ਲੱਗਦਾ ਕਿ ਮੈਂ ਇੰਜੋਏ ਕਰ ਰਿਹਾ, ਮੈਂ ਹੋਰ ਕ੍ਰੀਏਟਿਵ ਹੋ ਜਾ, ਮੈਂ ਕੁਝ ਹੋਰ ਵਧੀਆ ਕਰ ਲਾਂ, ਕੁਝ ਹੋਰ ਸਿੱਖ ਲਾਂ। ਜਿਹੜਾ ਕੈਰੈਕਟਰ ਮੈਂ ਪਲੇ ਕਰ ਰਿਹਾ ਮੈਨੂੰ ਇਹ ਹੁੰਦਾ ਕਿ ਉਹਦੇ 'ਚ ਕਮੀਆਂ ਨਾ ਰਹਿ ਜਾਣ, ਬਸ ਕਮੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਜੀ। ਬਾਕੀ ਵਾਹਿਗੁਰੂ ਦੀ ਮਿਹਰ ਆ, ਦਰਸ਼ਕਾਂ ਦਾ ਪਿਆਰ ਹੈ। ਥੈਂਕ ਯੂ। ਸੋ ਬਾਲਾ ਬਾਤ ਗੁਰਨਾਮ ਜੀ, ਜਦੋਂ ਨੀਰੂ ਬਾਜਵਾ ਮੈਮ ਦਾ ਫਸਟ ਸੀਨ ਸੀਗਾ, ਜਦ ਚਲੋ ਫਿਲਮ 'ਚ ਤਾਂ ਅਲੱਗ ਹੁੰਦਾ ਹੈ ਨਾ, ਪਹਿਲਾਂ ਕੋਈ ਸੀਨ ਸ਼ੂਟ ਕੀਤਾ ਤਾਂ ਉਦੋਂ ਕੀ ਰਿਐਕਸ਼ਨ ਸੀ ਤੁਹਾਡਾ, ਕੀ ਦਿਮਾਗ 'ਚ ਚੱਲ ਰਿਹਾ ਸੀਗਾ ਉਦੋਂ? ਅਸੀਂ ਪਹਿਲੇ ਦਿਨ ਵੈਸੇ ਬੜਾ ਸੌਖਾ ਕੰਮ ਰੱਖਿਆ ਸੀ, ਪਰ ਸਟਿਲ ਮੈਨੂੰ ਫੀਲ ਹੋਇਆ ਕਿ ਆਫ ਕੋਰਸ ਜਦੋਂ ਤੁਸੀਂ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਸਿਰਫ ਸਕਰੀਨ ਤੇ ਜਿਸ ਇਨਸਾਨ ਨੂੰ ਦੇਖਿਆ ਹੋਵੇ ਤੇ ਉਹ ਤੁਹਾਡੇ ਸਾਹਮਣੇ ਹੋਵੇ ਤੇ ਤੁਸੀਂ ਉਹਦੇ ਨਾਲ ਹੀ ਡਾਇਲੌਗ ਬੋਲਣੇ ਹੋਣ, ਤਾਂ ਇੱਕ ਵਾਰੀ ਤੁਹਾਡੀ ਬਾਡੀ, ਤੁਹਾਡਾ ਮਾਈਂਡ ਹੈ ਨਾ ਕੌਨਸ਼ੀਅਸ ਤਾਂ ਹੁੰਦਾ ਹੀ ਹੈ। ਪਰ ਜਿਨ੍ਹਾਂ ਨੇ ਫਿਲਮ ਲਿਖੀ ਹੈ ਰੁਪਿੰਦਰ ਇੰਦਰਜੀਤ ਵੀਰਾ, ਅਸੀਂ ਬਹੁਤ ਚੀਜ਼ਾਂ ਪਹਿਲਾਂ ਡਿਸਕਸ ਕੀਤੀਆਂ ਸੀ ਔਰ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਕਿ ਮਤਲਬ ਸ਼ੀ ਇਜ਼ ਦਾ ਨੀਰੂ ਬਾਜਵਾ, ਤੈਨੂੰ ਇੱਕ ਦਿਨ ਹੋਊਗਾ ਕੁਛ ਨਾ ਕੁਛ। ਮੈਂ ਕਿਹਾ ਹਾਂ, ਪਰ ਫਾਈਨਲੀ ਫਿਰ ਮਤਲਬ ਉਹ ਕੰਫਰਟ ਜ਼ੋਨ ਆ ਗਿਆ। ਮੈਂ ਹਮੇਸ਼ਾ ਕਹਿੰਦਾ ਕਿ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ, ਪਰ ਜਦੋਂ ਐਕਟਰ ਆਪਦਾ ਕੰਮ 'ਚ ਹੁੰਦਾ ਨਾ, ਫਿਰ ਉਹਨੂੰ ਇਹ ਹੁੰਦਾ ਵੀ ਯਾਰ ਚਲੋ ਮੇਰੇ ਜਜ਼ਬਾਤ ਮੈਂ ਇੱਕ ਪਾਸੇ ਰੱਖ ਦਿਆਂ, ਜਿਹੜਾ ਕੰਮ ਹੈ ਉਹ ਕਰ ਲਾਂ। ਸੋ ਆਪਣੇ ਆਪ ਫਿਰ 2-3 ਦਿਨ ਬਾਅਦ ਚੀਜ਼ਾਂ ਬਹੁਤ ਨਾਰਮਲ ਲੱਗਣ ਲੱਗ ਗਈਆਂ ਔਰ ਜਿੱਦਾਂ ਮੈਂ ਦੱਸਿਆ ਕਿ ਸਾਰੀ ਟੀਮ ਸਾਡੀ ਬਹੁਤ ਪੋਜ਼ਿਟਿਵ ਸੀਗੀ ਸੈੱਟ ਤੇ। ਵਿਸ਼ਾਲ ਭਾਜੀ, ਰਮਨ ਭਾਜੀ, ਨਿਤਿਨ ਭਾਜੀ, ਸੰਤੋਸ਼ ਜੀ, ਭਾਨੂ ਵੀਰਾ ਜਿਨ੍ਹਾਂ ਨੇ ਨਾਲ ਡਾਇਰੈਕਟ ਕੀਤੀ ਹੈ ਫਿਲਮ, ਰੁਪਿੰਦਰ ਇੰਦਰਜੀਤ। ਸੋ ਮੇਰੇ ਸਪੋਰਟਰਸ ਬਹੁਤ ਸਾਰੇ ਸੀ। ਕੁਲਚਾ ਐਕਸਪ੍ਰੈਸ ਦਾ ਨਾਮ ਮੈਂ ਵੀ ਲੈਣਾ ਚਾਹਾਂਗਾ। ਸੋ ਅਸੀਂ ਸਾਰੇ ਬਹੁਤ ਪੋਜ਼ਿਟਿਵ ਸੀ, ਬਹੁਤ ਇੰਜੋਏ ਕਰ ਰਹੇ ਸੀ, ਤਾਂ ਟੈਨਸ਼ਨ ਇੰਨੀ ਕੋਈ ਰਹੀ ਨਹੀਂ। ਫਿਰ ਬਾਅਦ 'ਚ ਇੱਕ ਦਿਨ ਮੈਨੂੰ ਲੱਗਿਆ ਸੀ, ਫਿਰ ਬਹੁਤ ਨਾਰਮਲ ਹੋ ਗਿਆ। ਅੱਛਾ ਮੇਰੇ ਮੈਮ, ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਸੀ ਫਸਟ ਡੇ ਜਦ ਫਸਟ ਸੀਨ ਕੀਤਾ ਗੁਰਨਾਮ ਬਾਈ ਨਾਲ? ਪਹਿਲਾਂ ਫਿਲਮਾਂ ਦੇਖੀਆਂ ਹੋਣੀਆਂ ਇਹਨਾਂ ਦੀ, ਤਾਂ ਜਦ ਐਕਟਿੰਗ ਕਿਹੋ ਜਿਹੀ ਲੱਗਿਆ ਕਿ ਹਾਂ ਯਾਰ ਮੁੰਡਾ ਸਿੰਗਰ ਤੋਂ ਜ਼ਿਆਦਾ ਐਕਟਰ ਵੀ ਹੁਣ ਉਨਾ ਹੀ ਲਾਜਵਾਬ ਬਣ ਇਹ ਗਿਆ? ਆਬਵੀਅਸਲੀ ਤਾਂ ਇਹਨਾਂ ਨੇ ਸਾਈਨ ਕੀਤਾ ਸੀ, ਇਹਨਾਂ ਦੀ ਫਿਲਮ ਦੇਖੀ, ਇਹਨਾਂ ਦੇ ਗਾਣੇ ਦੇਖੇ। ਸੋ ਆਬਵੀਅਸਲੀ ਜਿਵੇਂ ਸਾਰਿਆਂ ਨੂੰ ਪਤਾ ਹੈ ਸਕਰੀਨ ਪ੍ਰੈਜ਼ੈਂਸ ਹੈ, ਟੈਲੈਂਟ ਹੈ, ਲੁੱਕਸ ਨੇ। ਸੋ ਮੈਂ ਅਕਸਰ ਕਹਿੰਦੀ ਹਾਂ ਕਿ ਕੰਪਲੀਟ ਪੈਕੇਜ ਨੇ ਗੁਰਨਾਮ ਜੀ। ਸੋ ਬਹੁਤ ਵਧੀਆ ਲੱਗਿਆ। ਹੀ ਇਜ਼ ਵੈਰੀ ਹੰਬਲ, ਵੈਰੀ ਡਾਊਨ ਟੂ ਅਰਥ, ਬਹੁਤ ਹਾਰਡ ਵਰਕਿੰਗ ਨੇ। ਸੋ ਥੈਂਕ ਯੂ। ਸੋ ਗੁਰਨਾਮ ਵੀਰੇ, ਜਦੋਂ ਪਹਿਲੀ ਵਾਰੀ ਮੈਂਬਰਾਂ ਨੂੰ ਮਿਲੇ ਸੀਗੇ ਹੈ ਨਾ, ਸੋ ਤੁਸੀਂ ਫਿਲਮ ਦੇ ਵਿੱਚ ਤਾਂ ਇਹਨਾਂ ਨੂੰ ਆਂਟੀ ਕਿਹਾ ਗਿਆ, ਸੋ ਕਿੰਨੇ ਕੁ ਵਾਰੀ ਸੋਚਿਆ ਫਿਰ ਕਿ ਆਂਟੀ ਕਹਿ ਲੈਣਾ ਚਾਹੀਦਾ ਜਾਂ ਨਹੀਂ? ਬਹੁਤ ਔਖਾ ਗਿਆ ਮੈਨੂੰ, ਇਹ ਲੱਗਦਾ ਸੀ ਇਹ ਸ਼ਬਦ ਜ਼ੁਬਾਨ ਹਲਕ ਚੋਂ ਬਾਹਰ ਹੀ ਨਹੀਂ ਆ ਰਿਹਾ ਕਿ ਨੀਰੂ ਬਾਜਵਾ ਨੂੰ ਆਂਟੀ ਕਹਿਣਾ। ਮੈਂ ਰੁਪਿੰਦਰ ਵੀਰੇ ਨੂੰ ਕਿਹਾ, ਮੈਂ ਕਿਹਾ ਪਲੀਜ਼ ਆ ਬਦਲ ਦੇ ਯਾਰ, ਆਂਟੀ ਨਾ ਕਹੋ। ਕਹਿੰਦਾ ਪਰ ਇਹ ਤਾਂ ਟ੍ਰੇਲਰ 'ਚ ਲੱਗਣਾ। ਫਿਰ ਮੈਂ ਨੂੰ ਬਹੁਤ ਵਾਰ ਬੋਲਣ ਤੋਂ ਪਹਿਲਾਂ ਹੀ ਸੌਰੀ ਮੰਗਿਆ। ਮੈਂ ਕਿਹਾ ਜੀ ਸੌਰੀ ਕਹਿੰਦੀ ਨਹੀਂ ਤੁਸੀਂ ਮੇਰੀ ਬੇਇੱਜ਼ਤੀ ਕਰੋ। ਸ਼ੂਟਿੰਗ ਦੇ ਦੌਰਾਨ ਜ਼ਿਆਦਾਤਰ ਕਿੱਦਾਂ ਮੈਮ ਨੂੰ ਲਾਉਂਦੇ ਸੀਗੇ? ਨੀਰੂ ਮੈਮ ਕਹਿੰਦੇ ਸੀ ਜਾਂ ਨੀਰੂ ਜੀ ਕਹਿੰਦੇ ਸੀਗੇ? ਨੀਰੂ ਮੈਮ ਹੀ ਕਿਹਾ ਮੈਂ ਤਾਂ ਜ਼ਿਆਦਾ ਹਮੇਸ਼ਾ, ਕਿਉਂਕਿ ਨੀਰੂ ਜੀ ਦਾ ਆਪਣੇ ਆਪ ਨਾਲ ਬਹੁਤ ਵਾਰੀ ਬੋਲਣਾ ਹੈ ਨਾ, ਆਪਣੇ ਆਪ ਨੂੰ ਨੀਰੂ ਜੀ ਨੀਰੂ ਜੀ। ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੁਣੇ ਪੜ੍ਹ ਰਹੀ ਸੀ ਪ੍ਰੈਸ ਨੋਟ, ਔਰ ਉਹਦੇ ਵਿੱਚ ਆਇਆ ਅਜੂਨੀ ਔਰ ਅਕਾਲ, ਔਰ ਇਹ ਸ਼ਬਦ ਨੇ ਗੁਰਬਾਣੀ ਦੇ ਨੇ। ਇਹ ਕਿੰਨੇ ਸੋਚੇ ਮੀਨਸ ਕਿ ਇਸ ਕਰੈਕਟਰ ਦੇ ਵਿੱਚ ਜਿਹੜੇ ਇਹ ਨਾਮ ਫਿੱਟ ਕੀਤੇ ਗਏ ਨੇ, ਕਿੰਨੇ ਸੋਚੇ ਨੇ? ਡਾਇਰੈਕਟਰ ਨੇ ਸੋਚੇ ਨੇ ਜਾਂ ਸਕ੍ਰਿਪਟ ਦੇ ਵਿੱਚ ਹੀ ਇਸ ਤਰ੍ਹਾਂ ਹੀ ਸੀ? ਪੰਜਾਬੀ ਆਪਣੇ ਮੇਰੇ ਖਿਆਲ 'ਚ ਜ਼ਿਆਦਾ ਨਹੀਂ ਤਾਂ ਮੈਨੂੰ ਲੱਗਦਾ ਕਿ 50% ਨਾਮ ਸਾਡੀ ਪੰਜਾਬੀ ਭਾਸ਼ਾ ਦੇ ਵਿੱਚੋਂ ਹੀ ਅਸੀਂ ਚੁਣਦੇ ਹਾਂ। ਤੇ ਇਹ ਰੁਪਿੰਦਰ ਇੰਦਰਜੀਤ ਭਾਜੀ ਨੇ, ਕਿਉਂਕਿ ਫਿਲਮ ਪੰਜਾਬੀ ਦੀ ਹੈ ਔਰ ਅਕਸਰ ਘਰਾਂ 'ਚ ਨਾਮ ਹੁੰਦੇ ਆ, ਗੁਰਨਾਮ ਵੀ ਹੈ ਨਾ, ਸੋ ਮੈਮ ਦਾ ਵੀ ਜਿਹੜਾ ਨਾਮ ਹੈ ਉਹ ਵੀ। ਸੋ ਬਹੁਤ ਸਾਰੇ ਨਾਮ ਕਿਉਂਕਿ ਸਾਡਾ ਮਾਹੌਲ ਹੀ ਉਹ ਹੈ, ਅਸੀਂ ਪੰਜਾਬੀ ਹਾਂ, ਸੋ ਅਸੀਂ ਪੰਜਾਬੀ ਨਾਮ ਰੱਖਦੇ ਹਾਂ। ਪਰ ਇਹਦੇ ਵਿੱਚ ਬਹੁਤ ਇੰਪੋਰਟੈਂਸ ਹੈ ਇਹਨਾਂ ਨਾਮਾਂ ਦੀ। ਮੈਨੂੰ ਲੱਗਦਾ ਕਿ ਜਿੱਦਾਂ ਰੱਬ ਦਾ ਕੋਈ ਰੂਪ ਨਹੀਂ ਹੁੰਦਾ, ਕੋਈ ਆਕਾਰ ਨਹੀਂ ਹੁੰਦਾ, ਕੋਈ ਜੂਨ ਨਹੀਂ ਹੁੰਦੀ ਹੈ ਨਾ, ਉਵੇਂ ਪਿਆਰ ਦਾ ਵੀ ਕੋਈ ਰੂਪ ਨਹੀਂ ਹੁੰਦਾ। ਪਿਆਰ ਤੁਸੀਂ ਫੜ ਕੇ ਇੱਥੇ ਰੱਖ ਨਹੀਂ ਸਕਦੇ ਹੈ ਨਾ। ਔਰ ਇਹ ਫਿਲਮ ਇਹੀ ਸਿਗਨੀਫਾਈ ਕਰਦੀ ਹੈ ਕਿ ਲਵ ਹੈਜ਼ ਨੋ ਏਜ, ਨੋ ਲਿਮਿਟੇਸ਼ਨਸ, ਨੋ ਬਾਉਂਡਰੀਜ਼ ਹੈ ਨਾ। ਉਹ ਮਤਲਬ ਪਿਆਰ ਸਿਰਫ ਪਿਆਰ ਹੁੰਦਾ। ਉਹ ਇਹ ਨਹੀਂ ਸੋਚਦਾ ਕਿ ਕਿਹੜੀ ਉਮਰ ਦੇ ਨਾਲ ਹੋ ਰਿਹਾ, ਉਹ ਗੋਰੇ ਨਾਲ ਹੋ ਰਿਹਾ, ਉਹ ਕਾਲੇ ਨਾਲ ਹੋ ਰਿਹਾ, ਉਹ ਮੋਟੇ ਨਾਲ ਹੋ ਰਿਹਾ, ਪਤਲੇ ਨਾਲ ਹੋ ਰਿਹਾ। ਸੋ ਤੁਸੀਂ ਫਿਲਮ ਦੇਖੋਗੇ ਤਾਂ
ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਨਾਮ ਇਸ ਫਿਲਮ 'ਚ ਕੋਈ ਰੱਖ ਨਹੀਂ ਸਕਦਾ। ਬਹੁਤ ਵਧੀਆ ਨਾਮ ਸੀ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਸੋ ਥੈਂਕ ਯੂ। 1 on 1 ਕਰੀਏ ਸਟਾਰਟ। अगर 1 on 1 मैं दसूँगी तो सारे को किदा कदों कदों होना है, इसलिए हॉट पॉट नहीं करना। हाँ, कॉमन वाइट ਅਸੀਂ ਇੱਕ ਵਾਰੀ ਕਰ ਸਕਦੇ ਹਾਂ ਕਿਉਂਕਿ ਮੇਰੇ ਹਿਸਾਬ ਨਾਲ ਆਲਮੋਸਟ ਹਾਫ ਆਫ ਦੀ ਮੀਡੀਆ ਦਾ 1 on 1 ਹੋਇਆ ਹੋਇਆ, ਜਿਨ੍ਹਾਂ ਦਾ ਨਹੀਂ ਹੋਇਆ ਹੋਇਆ ਆਪਾਂ ਪਹਿਲਾਂ ਉਹਨਾਂ ਦਾ ਕਰਾਵਾਂਗੇ, ਉਸ ਤੋਂ ਬਾਅਦ ਆਪਾਂ ਕੈਰੀ ਕਰਾਂਗੇ, ਠੀਕ ਹੈ। one question please. ਸਤਿ ਸ਼੍ਰੀ ਅਕਾਲ ਮੈਮ, ਮੈਂ ਗੁਰਦੀਪ ਕੌਰ ਪਾਂਸਰੇ ਨਿਊਜ਼ ਵੱਲੋਂ। ਮੇਰਾ ਇੱਕ ਕੁਐਸਚਨ ਹੈ ਜਿਹੜਾ ਟ੍ਰੇਲਰ ਦੇ ਰਿਲੇਟਡ ਹੀ ਹੈ। ਟ੍ਰੇਲਰ ਦੇ ਵਿੱਚ ਦਿਖਾਇਆ ਹੈ, ਦਰਸਾਇਆ ਹੈ ਕਿ ਕਿਵੇਂ ਵੱਡੀ ਏਜ ਦੀ ਕੁੜੀ ਇੱਕ ਛੋਟੀ ਏਜ ਦੇ ਮੁੰਡੇ ਨਾਲ ਪਿਆਰ 'ਚ ਪੈ ਜਾਂਦੀ ਹੈ। ਇੱਕ ਹਾਈਪੋਥੈਟੀਕਲ ਸਿਚੁਏਸ਼ਨ 'ਚ ਅਗਰ ਨੀਰੂ ਬਾਜਵਾ ਜੀ ਮੈਰਿਡ ਨਾ ਹੁੰਦੇ ਔਰ ਇੰਡਸਟਰੀ 'ਚ ਕਿਹੜਾ ਆਪਸ਼ਨ ਤੁਸੀਂ ਚੂਜ਼ ਕਰਦੇ ਸਟਾਰਸ ਦੇ ਵਿੱਚੋਂ? ਐਂਡ ਗੁਰਨਾਮ ਭੁੱਲਰ ਸਰ ਦਾ ਨਾਮ ਨਹੀਂ ਲੈਣਾ ਕਿਉਂਕਿ ਉਹ ਬਿਲਕੁਲ ਨਾਲ ਬੈਠੇ ਨੇ। ਇਹ ਹਾਈਪੋਥੈਟੀਕਲ ਸਿਚੁਏਸ਼ਨ ਹੈ। I can't pick one क्योंकि इन्ने eligible bachelors ने चलो तीन साल तो है। नहीं वो सारे ਨੂੰ ਪਸੰਦ ਕਰਦੇ हैं। मैं हाँ सारे मैं मेरी सारे नाल बनदियां, मैं सारे नाल फिल्म करदियां, so मैं नहीं पसंद पाती कि सो टॉप 5 में I love them all, I love them all। सिचुएशन तो बच गए। ठीक है, थैंक यू। I feel very smart। थैंक यू।